What is being done and what else could be done? Many countries and institutions have paid increasing attention to the problem of corruption, and the debate on possible policy options is still ongoing. Paul Morrow is writing, many countries and institutions are giving attention to the problem of corruption. All over the world, they are giving the attention to the problem of corruption. एंड इस चीज़ से बहस, इस चीज़ से डिबेट भी हो रही है कि की पॉलिसी अडॉप्ट की जानी चाहिए सो दैट वी कैन गेट रिड ऑफ द करप्शन. In deciding how to allocate aid funds, some donor countries have begun to give more importance to recipient countries' action to curb corruption. ਹੁਣ ਜਿਹੜੀਆਂ ਕੰਟਰੀਜ਼ ਦੂਸਰੀਆਂ ਕੰਟਰੀਜ਼ ਦੀ ਹੈਲਪ ਕਰਦੀਆਂ ਉਹਨਾਂ ਨੂੰ ਡੋਨਰ ਕੰਟਰੀਜ਼ ਹੈ ਜਿਹੜੀਆਂ ਉਹਨਾਂ ਨੂੰ ਫੰਡਸ ਦਿੰਦੀਆਂ ਆ, ਏਡ ਫੰਡਸ ਐਲੋਕੇਟ ਕਰਦੀਆਂ ਆ, ਉਹਨਾਂ ਕੰਟਰੀਜ਼ ਨੇ ਹੁਣ ਇਸ ਚੀਜ਼ 'ਤੇ ਇੰਪੋਰਟੈਂਸ ਦੇਣੀ ਸ਼ੁਰੂ ਕਰ ਦਿੱਤੀ ਹੈ. ਸੋ ਕਿ ਉਹ ਜਿਹੜੀ ਕੰਟਰੀ ਸਾਡਾ ਏਡ, ਸਾਡੀ ਹੈਲਪ, ਸਾਡੇ ਫੰਡ ਰਿਸੀਵ ਕਰ ਰਹੀ ਹੈ, ਰਿਸੀਪੈਂਟ ਕੰਟਰੀ ਹੈ ਜਿਹੜੇ ਰਿਸੀਵ ਕਰ ਰਹੀ ਹੈ, ਜਿਹਨੂੰ ਅਸੀਂ ਦੇ ਰਹੇ ਹਾਂ, ਉਹ ਕਿਹੜੇ ਐਕਸ਼ਨ ਲੈ ਰਹੀ ਹੈ ਆਪਣੇ ਦੇਸ਼ ਦੇ ਵਿੱਚ ਕਰਪਸ਼ਨ ਨੂੰ ਖਤਮ ਕਰਨ ਦੇ ਲਈ. ਉਹ ਇਸ ਤਰ੍ਹਾਂ ਇਸ ਲਈ ਇਸ ਚੀਜ਼ ਨੂੰ ਇੰਪੋਰਟੈਂਸ ਦੇ ਰਹੇ ਆ ਤਾਂ ਕਿ ਫੰਡਸ ਦੇ ਲਈ, ਏਡਸ ਦੇ ਲਈ ਲੋਕ ਉੱਥੋਂ ਦੀ ਕੰਟਰੀ ਦੀ ਜਿਹੜੀ ਗਵਰਨਮੈਂਟ ਹੈ ਉਹ ਪ੍ਰੋਪਰ ਪੋਲਿਸੀ ਅਡੋਪਟ ਕਰੇ ਫॉर द elimination of corruption from that country. Member countries of the Organization for Economic Cooperation and Development have acted to criminalize the bribery of foreign public officials. There is one organization, उस organization का की नाम है Organization for Economic Cooperation and Development. इस organization ਦੇ ਮੈਂਬਰਸ ਕੌਣ ਹੈ? ਅਲੱਗ-ਅਲੱਗ ਕੰਟਰੀਜ਼ ਜਿਹੜੀਆਂ ਇਸ ਆਰਗੇਨਾਈਜੇਸ਼ਨ ਦੀਆਂ ਮੈਂਬਰਸ ਹੈ, ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਕੀ ਫੈਸਲਾ ਲਿਆ ਆ ਕਿ ਉਹਨਾਂ ਨੇ ਇਹ ਕੀਤਾ ਆ ਕਿ ਅਸੀਂ ਇਹਨੂੰ ਇਸ ਚੀਜ਼ ਨੂੰ ਕ੍ਰਿਮੀਨਲ ਐਕਟ ਬਣਾਵਾਂਗੇ ਜਿਹੜਾ ਕਿ ਫੋਰਨ ਓਫੀਸ਼ੀਅਲਸ ਨੂੰ, ਫੋਰਨ ਪਬਲਿਕ ਓਫੀਸ਼ੀਅਲਸ ਨੂੰ ਬਰਾਈਵ ਕਰੇਗਾ. ਉਹਦੇ ਲਈ ਇੱਕ ਕ੍ਰਿਮੀਨਲ ਐਕਟ ਤਿਆਰ ਕੀਤਾ ਗਿਆ ਹੈ. ਉਸ ਚੀਜ਼ ਨੂੰ ਉਹਨਾਂ ਨੇ ਇੱਕ ਕ੍ਰਿਮੀਨਲ ਕ੍ਰਾਈਮ ਘੋਸ਼ਿਤ ਕਰ ਦਿੱਤਾ ਹੈ ਕਿ ਬਰਾਈਵ ਦੇਣਾ ਜਾਂ ਲੈਣਾ ਇੱਕ ਤਰ੍ਹਾਂ ਦਾ ਕ੍ਰਾਈਮ ਹੈ. ਅਤੇ ਅਗਰ ਤੁਸੀਂ ਕਿਸੇ ਵੀ ਫੋਰਨ ਪਬਲਿਕ ਓਫੀਸ਼ੀਅਲ ਨੂੰ ਬਰਾਈਵ ਦਿੰਦੇ ਹੋ ਜਾਂ ਲੈਂਦੇ ਹੋ, international institutions which have always played an important role in reducing the scope for corruption are now giving more prominence to the issue. ਜਿਹੜੇ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਹੈ, ਫੋਰ ਐਗਜ਼ਾਮਪਲ UNO ਹੈ, ਉਹ ਯੂਨਾਈਟਿਡ ਨੇਸ਼ਨਸ ਹੈ, ਉਹਦੇ ਅੱਗੇ ਅੱਗੇ ਬਹੁਤ ਸਾਰੀਆਂ ਔਰਗੇਨਾਈਜੇਸ਼ਨਸ ਹੈ. ਇਸ ਤਰ੍ਹਾਂ ਬਹੁਤ ਸਾਰੇ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਹੈ, ਉਹਨਾਂ ਨੇ ਬਹੁਤ ਇੰਪੋਰਟੈਂਟ ਰੋਲ ਹੁਣ ਤੱਕ ਪਲੇ ਕੀਤਾ ਆ ਕਿ ਅਸੀਂ ਕਰਪਸ਼ਨ ਨੂੰ ਰਿਡਿਊਸ ਕਰੀਏ ਆਲ ਓਵਰ ਦਾ ਵਰਲਡ. ਨਾਓ ਦੇ ਹੈਵ ਸਟਾਰਟਿਡ ਟੂ ਗਿਵ ਇਟ ਮੋਰ ਪ੍ਰੋਮੀਨੈਂਸ, ਮੋਰ ਇੰਪੋਰਟੈਂਸ ਟੂ ਦਿਸ ਇਸ਼ੂ. ਫੋਰ ਐਗਜ਼ਾਮਪਲ the IMF is the International Monetary Fund, maybe, has always encouraged countries to liberalize their economies. IMF ਨੇ ਕੀ ਕਿਹਾ ਆ ਕਿ ਆਪਣੇ ਦੇਸ਼ ਦੇ ਵਿੱਚ ਟ੍ਰੇਡ ਨੂੰ ਫ੍ਰੀ ਕਰ ਦਿਓ, ਲਿਬਰਲਾਈਜ਼ ਕਰ ਦਿਓ, ਤਾਂ ਕਿ ਕੋਈ ਰੂਲਸ ਹੋਣ ਹੀ ਨਾ, ਰੂਲਸ ਨਹੀਂ ਹੋਣਗੇ, ਰਿਜਿਡ ਰੂਲਸ ਨਹੀਂ ਹੋਣਗੇ ਤਾਂ ਉਹਨਾਂ ਨੂੰ ਬਿਊਰੋਕਰੇਟਸ ਨੂੰ, IAS ਆਫਿਸਰਸ ਨੂੰ ਰਿਸ਼ਵਤ ਦੇਣ ਦੀ ਲੋੜ ਹੀ ਨਹੀਂ ਪਏਗੀ. ਅਗਰ ਫ੍ਰੀ ਇਕੋਨਮੀ ਹੋਏਗੀ, ਲਿਬਰਲਾਈਜੇਸ਼ਨ ਹੋਏਗੀ. ਉਹ ਇਹੀ ਇਨਕਰੇਜ ਕਰ ਰਹੇ ਕੰਟਰੀਜ਼ ਨੂੰ ਕਿ ਗਵਰਨਮੈਂਟ ਦੀ ਇਨਵੋਲਵਮੈਂਟ ਜਾਂ ਰਿਸਟ੍ਰਿਕਸ਼ਨਸ ਬੰਦ ਕਰੋ, ਜਿਹੜਾ ਟ੍ਰੇਡ ਹੈ ਉਹਨੂੰ ਲਿਬਰਲਾਈਜ਼ ਕਰੋ. ਫੋਰ ਐਗਜ਼ਾਮਪਲ ਬਾਈ ਐਲੀਮੀਨੇਟਿੰਗ ਟ੍ਰੇਡ ਰਿਸਟ੍ਰਿਕਸ਼ਨਸ, ਉਹ ਕੀ ਕਹਿੰਦੇ ਆ ਕਿ ਟ੍ਰੇਡ ਦੇ ਉੱਤੇ ਜਿਹੜੀਆਂ ਤੁਸੀਂ ਪਾਬੰਦੀਆਂ ਲਗਾਈਆਂ ਖਤਮ ਕਰ ਦਿਓ. ਟਰਮੀਨੇਟ ਆਫ ਬਜਟ ਆਪਰੇਸ਼ਨਸ ਐਂਡ ਇਨਸ਼ੋਰ ਬਜਟ ਟਰਾਂਸਪੇਰੈਂਸੀ. ਉਹਨਾਂ ਨੇ ਕਿਹਾ ਟਰਮੀਨੇਟ ਆਫ ਬਜਟ ਆਪਰੇਸ਼ਨਸ, ਕਿ ਬਜਟ ਤੋਂ ਬਾਹਰ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਆ, ਆਪਰੇਸ਼ਨਸ ਹੁੰਦੇ, ਐਕਟੀਵਿਟੀਜ਼ ਹੁੰਦੀਆਂ, ਸਟਾਪ ਇਟ, ਟਰਮੀਨੇਟ ਇਟ. ਐਂਡ ਇਨਸ਼ੋਰ ਬਜਟ ਟਰਾਂਸਪੇਰੈਂਸੀ, ਬਜਟ ਨੂੰ ਲੈ ਕੇ
गवर्नमेंट शुड बी वेरी ट्रांसपेरेंट, सारा बजट है किस तरह एलोकेट हो रहा है, इट शुड बी इन अ वेरी ट्रांसपेरेंट मैनर अवेलेबल होना चाहिए। एनीबडी कोई देख सकता है, RTI पवा के उन्होंने ਉਹਦੇ बारे नॉलेज ले सकता है। The guidelines on governance, which are approved by IM's executive board in August 1997 and formalize the IMF staff's involvement in such tasks। ਤੇ ਉਹਨਾਂ ਇੱਕ ਇਹਨਾਂ ਨੇ ਗਾਈਡਲਾਈਨਸ ਤਿਆਰ ਕੀਤੀਆਂ ਹੈ, ਗਾਈਡਲਾਈਨਸ ਔਨ ਗਵਰਨੈਂਸ, ਅਤੇ ਉਹ ਅਪਰੂਵ ਵੀ ਹੋ ਗਈਆਂ ਸੀ ਇਨ ਅਗਸਤ 1997 ਦੇ ਵਿੱਚ। ਅਤੇ ਉਹ ਉਹਨਾਂ ਨੇ IMF ਜਿਹੜਾ ਸਟਾਫ ਹੈ ਉਹਨੂੰ ਇਨਵੋਲਵ ਕਰ ਦਿੱਤਾ ਹੈ ਇਨ ਸੱਚ ਟਾਸਕਸ। ਗਵਰਨੈਂਸ ਦੇ ਵਿੱਚ ਜਿਹੜਾ IMF ਦੇ ਜਿਹੜੇ ਸਟਾਫ ਮੈਂਬਰਸ ਹੈ ਉਹ ਵੀ ਗਵਰਨਮੈਂਟ ਦੇ ਨਾਲ ਉਹਨਾਂ ਦੀ ਹੈਲਪ ਕਰਨਗੇ ਇਨ ਡਿਵੈਲਪਿੰਗ ਦਾ ਪੋਲਿਸੀ ਟੂ ਕਰਬ ਦਾ ਕਰਪਸ਼ਨ। How should policy effectiveness be assessed over the next decade? ਉਹ ਕਹਿੰਦੇ ਕਿ ਹੁਣ ਪੋਲਿਸੀ ਤੁਸੀਂ ਬਣਾ ਲਓ ਹੈ ਨਾ, ਉਹਨੂੰ ਅਸੀਂ ਕਿਸ ਤਰ੍ਹਾਂ ਅਸੈਸ ਕਰਾਂਗੇ ਓਵਰ ਦਾ ਨੈਕਸਟ ਡਿਕੇਡ। ਇਹ ਕਹਿੰਦੇ 10 ਸਾਲ ਲਈ ਇੱਕ ਪੋਲਿਸੀ ਬਣਾ ਕੇ ਚੱਲੋ, ਆਫਟਰ 10 years, ਆਫਟਰ ਅ ਡਿਕੇਡ ਅਸੈਸ ਦੈਟ ਕਿ ਜੇ ਜੋ ਤੁਸੀਂ ਸੋਚਿਆ ਸੀ ਕਿ 10 ਸਾਲਾਂ ਬਾਅਦ ਅਸੀਂ ਕਰਪਸ਼ਨ ਦਾ ਲੈਵਲ ਹੁਣ ਇੱਥੇ ਆ ਘਟਾ ਕੇ ਇੱਥੇ ਲੈ ਕੇ ਆਵਾਂਗੇ, are you successful in that thing? We have reasonable theoretical understanding of the causes and consequences of corruption. Paul Morrow is writing, ਹੁਣ ਤਾਂ ਸਾਡੇ ਕੋਲ reasonable means enough theoretical understanding, ਸਾਡੇ ਕੋਲ ਬਹੁਤ ਸਾਡੇ ਕੋਲ knowledge ਜਿਹੜੀ ਹੈ ਇਕੱਠੀ ਹੋ ਗਈ ਹੈ। It's available in the kind books, it's available in the kind of theories by the academicians and policy makers ਕਿ ਕੀ causes ਹੈ ਅਤੇ ਕੀ consequences ਹੈ corruption ਦੇ, and have begun to get a sense of extent of these relationship through empirical research। ਸਾਡੇ ਕੋਲ knowledge ਵੀ ਹੈ, research ਵੀ ਹੈ, research ਦੇ ਨਾਲ ਸਾਨੂੰ factors ਵੀ ਪਤਾ ਲੱਗ ਗਏ ਯਾਰ, relationship between the factors ਵੀ ਪਤਾ ਲੱਗ ਗਿਆ ਕਿ ਕਿਹਦੇ ਨਾਲ corruption ਹੋ ਰਹੀ ਹੈ। ਇਕਨੋਮਿਕ ਗਰੋਥ ਦੇ ਨਾਲ ਪੋਵਰਟੀ ਆ ਰਹੀ ਹੈ, ਪੋਵਰਟੀ ਦੇ ਨਾਲ ਕਿਸ ਤਰ੍ਹਾਂ ਕਰਪਸ਼ਨ ਹੋ ਰਹੀ ਹੈ, ਗਵਰਨਮੈਂਟ ਅਫੀਸ਼ੀਅਲਸ ਦੇ ਕਾਰਨ ਕਿਸ ਤਰ੍ਹਾਂ ਕਰਪਸ਼ਨ ਹੋ ਰਹੀ ਹੈ। ਸੋ ਇਸ ਤਰ੍ਹਾਂ ਦੇ ਸਾਡੇ ਕੋਲ ਰਿਲੇਸ਼ਨਸ਼ਿਪਸ ਫੈਕਟਰਸ ਵੀ ਅਵੇਲੇਬਲ ਹੈ ਨਾ। A consensus is emerging that corruption is a serious problem, and several bodies in the international arena have begun to take policy measures to curb it। Consensus, ਹੁਣ ਆਪਸੀ ਸਹਿਮਤੀ ਇਸ ਚੀਜ਼ 'ਤੇ ਆਉਣੀ ਸ਼ੁਰੂ ਹੋ ਗਈ ਹੈ ਕਿ ਕਰਪਸ਼ਨ ਜਿਹੜੀ ਹੈ ਇਹ ਸੀਰੀਅਸ ਪ੍ਰੋਬਲਮ ਹੈ। ਐਵਰੀਬਡੀ ਇਜ਼ ਕੰਸਿਡਰਿੰਗ ਨਾਓ ਕਰਪਸ਼ਨ ਐਜ਼ ਅ ਸੀਰੀਅਸ ਪ੍ਰੋਬਲਮ, and several bodies in the international arena have begun to take policy measures to curb it। ਤੇ ਇੰਟਰਨੈਸ਼ਨਲ ਲੈਵਲ 'ਤੇ ਵੀ ਇਸ ਚੀਜ਼ ਨੂੰ ਕਰਵ ਕਰਨ ਦੇ ਲਈ ਪੋਲਿਸੀਜ਼ ਤਿਆਰ ਕੀਤੀਆਂ ਜਾ ਰਹੀਆਂ। It is important to ensure that 10 years from now we can look back on today's focus on corruption and observe that some concrete results were attained in this domain। ਹੁਣ ਕਹਿੰਦੇ ਕਿ ਸਾਨੂੰ ਕੀ ਕਰਨਾ ਚਾਹੀਦਾ ਆ, ਇਟ ਇਜ਼ ਇੰਪੋਰਟੈਂਟ ਟੂ ਇਨਸ਼ੋਰ, ਸਾਡੇ ਲਈ ਹੁਣ ਕੀ ਇੰਪੋਰਟੈਂਟ ਹੈ ਕਿ ਅਸੀਂ ਅੱਜ ਅਗਰ ਸਪੋਜ਼ ਅਸੀਂ ਕੋਈ ਪੋਲਿਸੀ ਡਿਵਾਈਸ ਕੀਤੀ ਹੈ ਆਪਣੀ ਕੰਟਰੀ ਦੇ ਲਈ ਕਰਪਸ਼ਨ ਨੂੰ ਰੋਕਣ ਦੇ ਲਈ, ਅੱਜ ਤੋਂ ਅਸੀਂ 10 ਸਾਲ ਬਾਅਦ ਫਿਰ ਦੇਖਾਂਗੇ ਇਹਦੇ ਬਾਰੇ। ਵੀ ਕੈਨ ਲੁੱਕ ਬੈਕ ਔਨ ਟੂਡੇਜ਼ ਫੋਕਸ, ਅੱਜ ਜੋ ਅਸੀਂ ਪੋਲਿਸੀ ਤਿਆਰ ਕੀਤੀ ਹੈ ਜਿਸ ਫੋਕਸ ਨੂੰ ਮੱਦੇ ਨਜ਼ਰ ਰੱਖਦੇ ਹੋਏ, ਕਰਪਸ਼ਨ 'ਤੇ ਫੋਕਸ ਕਰਦੇ ਹੋਏ, ਉਹਦੇ 'ਚ ਅਸੀਂ ਦੇਖਾਂਗੇ ਕਿ ਸਾਨੂੰ ਕੋਈ ਕੰਕਰੀਟ ਰਿਜ਼ਲਟਸ ਇਸ ਏਰੀਆ ਦੇ ਵਿੱਚ ਹਾਸਿਲ ਹੋਏ ਆ ਜਾਂ ਨਹੀਂ ਹੋਏ। ਟੂ ਦੈਟ ਐਂਡ these bodies that are taking action against corruption ought to establish the criteria to evaluate their policies। ਉਹ ਕਹਿੰਦੇ ਇਹ ਤੁਸੀਂ ਇਵੈਲੂਏਟ ਕਿਸ ਤਰ੍ਹਾਂ ਕਰੋਗੇ? ਯੂ ਮੇਡ ਅ ਪੋਲਿਸੀ ਕਿ ਅਸੀਂ ਅੱਜ ਅਸੀਂ ਪੋਲਿਸੀ ਡਿਵਾਈਸ ਕਰ ਲਈ ਕਿ ਅਸੀਂ ਕਰਪਸ਼ਨ ਖਤਮ ਕਰਨੀ ਆ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਕਰਪਸ਼ਨ ਖਤਮ ਹੋਈ ਹੈ ਜਾਂ ਨਹੀਂ ਹੋਈ? ਯੂ ਸ਼ੁੱਡ ਚੈੱਕ ਇਟ ਆਫਟਰ ਐਵਰੀ 10 years। ਜੋ ਪੋਲਿਸੀ ਬਣਾਈ ਹੈ ਉਹਦੇ 10 ਸਾਲ ਬਾਅਦ ਚੈੱਕ ਕਰੋ। ਉਸ ਚੈੱਕ ਕਿਸ ਤਰ੍ਹਾਂ ਕਰੋਗੇ ਫਿਰ ਤੁਸੀਂ? ਉਹਦੇ ਲਈ ਦ ਰਾਈਟਰ ਇਜ਼ ਸੇਇੰਗ ਕਿ ਤੁਹਾਨੂੰ ਕ੍ਰਾਈਟੀਰੀਆ ਸੈੱਟ ਕਰਨਾ ਚਾਹੀਦਾ, ਇੱਕ ਸਟੈਂਡਰਡ ਮੇਨਟੇਨ ਕਰਨਾ ਚਾਹੀਦਾ ਕਿ ਅੱਜ ਅਸੀਂ ਇਸ ਲੈਵਲ 'ਤੇ ਅਸੀਂ ਇੱਥੋਂ ਉੱਪਰ ਉੱਠਾਂਗੇ, ਇਸ ਲੈਵਲ 'ਤੇ ਪਹੁੰਚਾਂਗੇ, ਇਸ ਕ੍ਰਾਈਟੀਰੀਆ ਨੂੰ ਕਵਰ ਅਪ ਕਰਾਂਗੇ, ਇਸ ਕ੍ਰਾਈਟੀਰੀਆ ਦੇ ਉੱਤੇ ਖਰੇ ਉਤਰਾਂਗੇ, ਇਸ ਸਟੈਂਡਰਡ ਨੂੰ ਅਚੀਵ ਕਰਾਂਗੇ। ਟੂ ਇਵੈਲੂਏਟ ਦੇਅਰ ਪੋਲਿਸੀਜ਼
So therefore government should set up a standard, should set up a criteria. Each entity would need to devise its own evaluation criteria, and it should do that now so that the effectiveness of its policies can be assessed accurately and fairly over the next decade. The writer is saying each entity need to devise its own evaluation criteria. Here entity means the, we can say, each country ਜਿਹੜੀ ਵੀ policy ਜਾਂ ਜਿਹੜਾ ਵੀ ਕੋਈ state ਜਿਹੜੀ ਵੀ ਕੋਈ organization अगर policy devise कर रही, each entity means कोई भी institution, any one institution that is devising that is devising a policy, ਉਹਨਾਂ ਨੂੰ ਨਾਲ ਆਪਣਾ evaluation criteria ਵੀ ਨਾਲ ਉਹ ਵੀ devise ਕਰਨਾ ਚਾਹੀਦਾ ਆ, and it should do that now. अगर किसी ने policy devise ਕੀਤੀ ਹੋਈ ਆ but criteria नहीं divide ਕੀਤਾ for the evaluation, it should do that now so that कि ਜਿਹੜੀਆਂ ਵੀ ਤੁਸੀਂ policies adopt ਕਰ ਰਹੇ ਹੋ for the elimination of corruption from your country, are they successful, are they effective, उस चीज़ ਨੂੰ ਅਸੀਂ accurately assess ਕਰ ਸਕੀਏ over the next decade. So that's all for corruption, causes, consequences and agenda for further research.